ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕੇਸ ਸਾਹਮਣੇ ਆਇਆ ਹੈ ਜਿਸ 'ਚ ਮਲਕੀਤ ਸਿੰਘ ਬੱਲਰਾ ਪਿੰਡ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਤਹਿਤ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਆਪਣੀ ਤੁਲਨਾ ਜਿਹੜੀ ਹੈਗੀ ਹੈ ਦਸਮ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਕਰਨ ਦੇ ਦੋਸ਼ ਉਸ ਵਿਅਕਤੀ ਤੇ ਲੱਗੇ ਨੇ। ਪੰਜਾਬ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਖਬਰ ਨੂੰ ਇੰਨੀ ਪ੍ਰਮੁਖਤਾ ਨਾਲ ਤੁਹਾਡੇ ਨਾਲ ਸਾਂਝੇ ਕਰਨ ਦਾ ਸਾਡਾ ਮਨੋਰਥ ਇਹ ਹਰਗਿਜ਼ नहीं है कि इस तरह के लोगों को प्रमोट करना या इस तरह के लोगों को कोई हल्लाशेरी देना, बल्कि इस तरह के लोगों इन्हां प्रति सुचेत करना साडा मुख मनोरथ है कि इहो जिहे भेखियां तो सानू जिहड़ा हैगा सुचेत रहना चाहिए है। इस मामले 'च जानकारी देने लई साडे नाल बने हुए ने हरियाणा सिख गुरुद्वारा प्रबंधक कमेटी के प्रधान संत बलजीत सिंह दादूवाल होनी। दादूवाल जी, तुहाडा स्वागत है। सत श्री अकाल जी। धन्यवाद जी नील, तुहानू खालसा वाहिगुरू जी फतेह। दो जी जानकारी की है जी, यह मामला कौन सी ते किस तरह तुहाडे ध्यान च आया ते तुसीं एक बतौर निमाणे सिख ते नाल हरियाणा कमेटी की प्रधानगी की जिम्मेवारी सांभदे होए किस तरह इस नूं अंजाम दिता, तुसीं किस तरह ये जिम्मेवारी निभाई है शिकायत करन दी ते उस बंदे नूं पुलिस की गिरफ्त तक पहुँचाउण दी? देखो नील भलिंदर जी, सब तो पहली गल तो यह है कि मलकीत सिंह ਬੱਲਰਾ ਨੂੰ 2020 ਤੋਂ ਪਹਿਲਾਂ मैं नहीं सी जानदा कि कौन है। 2020 ਦੇ ਵਿੱਚ ਜਦੋਂ ਮਾਰਚ ਮਹੀਨੇ ਦੇ ਵਿੱਚ ਮੈਂ ਇੰਗਲੈਂਡ ਦੇ ਵਿੱਚ ਲਾਕਡਾਊਨ ਦੇ ਦੌਰਾਨ ਉੱਥੇ ਮੈਨੂੰ 3.5 ਮਹੀਨੇ ਰੁਕਣਾ ਪਿਆ। ਜਦੋਂ ਮੈਂ ਉੱਥੇ 20 ਦਿਨਾਂ ਵਾਸਤੇ ਗਿਆ ਸੀ ਤੇ ਉਸ ਦੌਰਾਨ ਲਾਕਡਾਊਨ ਹੋ ਗਿਆ ਤਾਂ ਉੱਥੇ ਮੈਨੂੰ ਬੈਲਜੀਅਮ ਤੋਂ ਕਹਿ ਰਿਹਾ ਸੀ ਕਿ ਮੈਂ ਬੈਲਜੀਅਮ ਤੋਂ ਬੋਲ ਰਿਹਾ ਤੇ ਬੈਲਜੀਅਮ ਤੋਂ ਕੋਈ ਫੋਨ ਆਇਆ ਤੇ ਉਹਨੇ ਇਹਦੇ ਪਰਥਾਏ ਮੈਨੂੰ ਦੱਸਿਆ ਕਿ ਮਲਕੀਤ ਸਿੰਘ ਬੱਲਰਾ ਜਿਹੜਾ ਹੈ ਉਹਦੇ ਕੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਆ, ਪਰਿਵਾਰ ਸਮੇਤ ਸ਼ਹੀਦ ਸਿੰਘ ਆਏ ਆ ਤੇ ਤੁਹਾਡੇ ਕੋਲੇ ਗੁਰਦੁਆਰਾ ਦਾਦੂ ਸਾਹਿਬ ਵਿਖੇ 2 ਵਾਰੀ ਤੁਹਾਨੂੰ ਮਿਲਣ ਗਏ ਆ ਪਰ ਤੁਸੀਂ ਮਿਲੇ ਨਹੀਂ ਆ। ਮੈਂ ਉਹਨਾਂ ਨੂੰ ਕਿਹਾ ਕਿ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਕਿਸੇ ਹੋਰ ਨਾਲ ਕਰਿਓ ਕਿ ਮੈਂ ਇੱਕ ਗੁਰਮਤਿ ਦਾ ਪ੍ਰਚਾਰਕ ਹਾਂ, ਮੈਂ ਇਹੋ ਜਿਹੀਆਂ ਗੱਲਾਂ ਤੇ ਯਕੀਨ ਨਹੀਂ ਕਰਦਾ। ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਆ, ਅਸੀਂ ਕਹਿੰਦੇ ਹੋ ਕਿਤੇ ਗਏ ਹੀ ਨਹੀਂ ਆ। ਜਿਹੜੀ ਜੋਤ ਗੁਰੂ ਨਾਨਕ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਸੀ ਉਹ 10 ਜਾਮਿਆਂ 'ਚ ਵਰਤਣ ਤੋਂ ਬਾਅਦ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਸੁਭਾਈਮਾਨ ਆ। ਸਾਨੂੰ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੀ 10 ਪਾਤਸ਼ਾਹੀਆਂ ਦੇ ਦਰਸ਼ਨ ਕਰਦੇ ਹਾਂ। ਤਾਂ ਮੈਂ ਬਹੁਤਾ ਧਿਆਨ ਨਹੀਂ ਉਸ ਗੱਲ ਵੱਲ ਦਿੱਤਾ। ਬਾਅਦ ਵਿੱਚ ਜਦੋਂ ਮੈਂ ਇੰਡੀਆ ਵਾਪਸ ਆਇਆ ਤਾਂ ਇੰਡੀਆ 'ਚ ਮੈਨੂੰ ਫਿਰ ਅਮਰੀਕਾ ਤੋਂ ਕੁਝ ਸਿੰਘਾਂ ਦਾ ਫੋਨ ਆਇਆ ਤੇ ਉਹਨਾਂ ਨੇ ਉਹਦੇ ਬਾਰੇ ਦੱਸਿਆ ਕਿ ਇਸ ਤਰ੍ਹਾਂ ਕੋਈ ਬੰਦਾ YouTube ਚੈਨਲ ਦੇ ਉੱਤੇ ਇਸ ਤਰ੍ਹਾਂ ਕਈ ਵਾਰੀ ਵਾਲ ਖਿਲਾਰ ਕੇ, ਕਈ ਵਾਰੀ ਦਸਤਾਰ ਬੰਨ੍ਹ ਕੇ, ਉੱਤੇ ਖੰਡਾ ਲਾ ਕੇ ਤਾਂ ਫਿਰ ਇਹੋ ਜਿਹੀਆਂ ਗੱਲਾਂ ਕਰਦਾ ਵਾ। ਕਈ ਵਾਰੀ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸ਼ੋਅ ਕਰਦਾ ਇੰਡਾਇਰੈਕਟਲੀ ਤੌਰ ਤੇ ਕਈ ਵਾਰ ਉਹ ਇਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਨਾਲ ਰਹਿੰਦੇ ਆ, ਮੇਰੇ ਕੋਲ ਬੈਠੇ ਆ, ਸਾਹਿਬਜ਼ਾਦੇ ਬੈਠੇ ਆ। ਕਦੇ ਕਹਿੰਦਾ ਕਿ ਗੁਰੂ ਸਾਹਿਬ ਭੋਰੇ ਵਿੱਚ ਬੈਠੇ ਤਪ ਕਰ ਰਹੇ ਆ ਤੇ ਸਾਡੀ 2 ਸਿੰਘਾਂ ਦੀ ਸੇਵਾ ਲੱਗੀ, ਅਸੀਂ ਉਹਨਾਂ ਦੀ ਸੇਵਾ ਕਰ ਰਹੇ ਆ। ਕਦੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਨਾਲ ਸ੍ਰੀ ਅਨੰਦਪੁਰ ਸਾਹਿਬ ਗਏ, ਅੰਮ੍ਰਿਤਸਰ ਸਾਹਿਬ ਗਏ ਤੇ ਉੱਥੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਰਹਿਣ ਵਾਸਤੇ ਕਮਰਾ ਵੀ ਨਹੀਂ ਦਿੱਤਾ ਤੇ ਬਾਹਰ ਮਹਿੰਗੇ ਕਮਰੇ ਲੈ ਕੇ ਰਹਿਣਾ ਪਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਰਦਾ YouTube ਚੈਨਲ ਦੇ ਉੱਤੇ ਕਾਫੀ ਉਹਦੀਆਂ ਜਿਹੜੀਆਂ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ। ਪਰ ਜਦੋਂ ਮੈਂ ਇਹਦੇ ਬਾਰੇ ਜਾਣਕਾਰੀ ਲੈ ਹੀ ਰਿਹਾ ਸੀ ਤਾਂ ਮੈਨੂੰ ਉਹਦੇ ਜਿਹੜੀ ਧਰਮ ਸੁਪਤਨੀ ਆ ਬੀਬੀ ਹਰਪ੍ਰੀਤ ਕੌਰ, ਉਹਦੇ ਬੱਚੇ ਨੇ 2 ਬੇਟੀਆਂ 2 ਬੇਟੇ ਆ ਔਰ ਇਲਾਕੇ ਦੇ ਕੁਝ ਪਤਵੰਤੇ ਸੱਜਣਾ ਨੂੰ ਲੈ ਕੇ ਮੇਰੇ ਕੋਲੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਵਿਖੇ ਡਿਸਟ੍ਰਿਕਟ ਸਿਰਸਾ ਦੇ ਵਿੱਚ ਆਏ ਜਿੱਥੇ ਮੇਰਾ ਹੈੱਡਕੁਆਟਰ ਆ। ਉਹਨਾਂ ਨੇ ਆ ਕੇ ਦੱਸਿਆ ਵੀ ਅਸੀਂ ਕਾਫੀ ਜਥੇਬੰਦੀਆਂ ਨੂੰ, ਕਾਫੀ ਬੰਦਿਆਂ ਨੂੰ ਅਸੀਂ ਜਿਹੜੇ ਇਲਾਕੇ 'ਚ ਕੋਈ ਵਰਕ ਕਰਦੇ ਸੀ ਉਹਨਾਂ ਨੂੰ ਅਸੀਂ ਸਾਰੀ ਆਪਣੀ ਦੁੱਖੜਾ ਸੁਣਾਇਆ, ਸਾਰੀ ਗੱਲ ਨਾਲੇ ਆਪਣਾ ਪਰਿਵਾਰਕ ਦੁੱਖ ਤੇ ਨਾਲੇ ਪੰਥਕ ਦੁੱਖ ਕਿ ਉਹ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਇਮੋਸ਼ਨਲ ਬਲੈਕਮੇਲ ਕਰ ਰਿਹਾ, ਗੁੰਮਰਾਹ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ। ਤਾਂ ਮੇਰੀ ਤੁਸੀਂ ਹੈਲਪ ਕਰੋ। ਜਿਹੜੇ ਨਾਲ ਪਤਵੰਤੇ ਸੱਜਣ ਆਏ ਸੀ, ਬੜੇ ਪੜ੍ਹੇ ਲਿਖੇ ਐਡਵੋਕੇਟ ਸੀਗੇ, ਉਹ ਨਾਲ ਆਏ ਸੀ ਉਸ ਬੀਬੀ ਦੇ। ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਮੇਰੇ ਨਾਲ ਕੀਤੀ ਔਰ ਮੈਨੂੰ ਸਾਰੀ ਗੱਲਬਾਤ ਤੋਂ ਸਥਿਤੀ ਤੋਂ ਜਾਣੂ ਕਰਾਇਆ। ਤਾਂ ਮੈਂ ਕਿਹਾ ਕਿ ਪਹਿਲਾਂ ਤਾਂ ਪਰਿਵਾਰਕ ਮਸਲਾ ਹੈ ਤੁਹਾਡਾ, ਪਰਿਵਾਰਕ ਮਸਲੇ ਦੇ ਵਿੱਚ ਹੀ ਦੂਜੀਆਂ ਗੱਲਾਂ ਵੀ ਤੁਸੀਂ ਨਾਲ ਕਹਿ ਸਕਦੇ ਆ। ਜੋ ਕੁਝ ਉਹ ਕਹਿੰਦਾ ਵਾ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਇੱਕ ਜਿਹੜੀ ਨਜਾਇਜ਼ ਲੜਕੀ ਰੱਖੀ ਹੋਈ ਆ ਉਸ ਨੂੰ ਦੇਵੀ ਦੁਰਗਾ, ਮਾਤਾ ਦੁਰਗਾ, ਕਦੇ ਮਾਤਾ ਸਾਹਿਬ ਕੌਰ, ਜਿਹੜਾ ਉਸ ਤੋਂ ਬੱਚਾ ਪੈਦਾ ਹੋਇਆ ਉਹਨੂੰ ਨੇਕ ਲੰਕ ਕਲਕੀ ਅਵਤਾਰ ਕਹਿੰਦਾ। ਇੱਕ ਉਹਦੇ ਕੋਲ ਹੋਰ ਹੈ, ਉਹਨੂੰ ਬੁੱਢਣ ਸ਼ਾਹ ਵੀ ਕਹਿੰਦਾ, ਬਾਬਾ ਬੁੱਢਾ ਵੀ ਕਹਿੰਦਾ। ਇੱਕ ਮਾਈ ਅੰਮ੍ਰਿਤਸਰ ਵੱਲੋਂ ਆਉਂਦੀ ਹੈ ਲੋਕਾਂ ਨੂੰ ਲੈ ਕੇ, ਉਹਨੂੰ ਮਾਤਾ ਮੈਣੀ ਕਹਿੰਦਾ। ਇੱਕ ਇੰਗਲੈਂਡ ਤੋਂ ਮਾਈ ਆਉਂਦੀ ਹੈ, ਉਸ ਨੂੰ ਮਾਤਾ ਗੁਜਰੀ ਜੀ ਦਾ ਖਿਤਾਬ ਦਿੱਤਾ। ਵੀ ਇਸ ਤਰ੍ਹਾਂ ਉਹਨੇ ਕਾਫੀ ਖਿਤਾਬ ਲੋਕਾਂ ਨੂੰ ਦਿੱਤੇ ਹੋਏ ਆ। ਤਾਂ ਫਿਰ ਮੇਰੇ ਕਹਿਣ ਦੇ ਉੱਤੇ
ਮੈਂ ਉਹਨਾਂ ਨੂੰ ਸਲਾਹ ਦਿੱਤੀ ਤੇ ਉਹਨਾਂ ਨੇ ਐਸਐਸਪੀ ਸੰਗਰੂਰ ਨੂੰ ਦਰਖਾਸਤ ਦਿੱਤੀ। ਜੋ ਉਹਨਾਂ ਨੂੰ ਤਕਲੀਫ ਸੀ ਕਿ ਉਹਨਾਂ ਨੂੰ ਘਰ ਖਾਲੀ ਕਰਨ ਦੀਆਂ ਧਮਕੀਆਂ ਦਿੰਦਾ ਸੀ, ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਉਹਨਾਂ ਨਾਲ ਤਾਲੁਕਾਤ ਨਹੀਂ ਸੀ ਰੱਖਦਾ ਪਹਿਲੇ ਪਰਿਵਾਰ ਦੇ ਨਾਲ, ਨਾ ਬੱਚਿਆਂ ਦੇ ਨਾਲ। ਕਦੇ ਉਹਨਾਂ ਨੂੰ ਜਿਹੜਾ ਨਜਾਇਜ਼ ਬੱਚਾ ਪੈਦਾ ਹੋਇਆ ਸੀ ਉਹਦੇ ਨਾਲ ਹੀ ਸਾਰਾ ਜਿਹੜਾ ਮੋਹ ਪਿਆਰ ਸੀਗਾ ਉਹ ਆਪਣਾ ਸ਼ੋਅ ਕਰਦਾ ਸੀ। ਉਹਦੇ ਨਾਂ ਤੇ ਕੁਝ ਪ੍ਰਾਪਰਟੀ ਵਗੈਰਾ, ਵਹੀਕਲ ਵਗੈਰਾ ਵੀ ਉਹਦੀ ਵਾਈਫ ਦੇ ਦੱਸਣ ਅਨੁਸਾਰ ਕਿ ਉਹਨੇ ਲਗਵਾਏ ਜੀ ਹੋਏ ਆ। ਤਾਂ ਫਿਰ ਐਸਐਸਪੀ ਸੰਗਰੂਰ ਕੋਲੇ ਜਦੋਂ ਕੰਪਲੇਂਟ ਕੀਤੀ ਤਾਂ ਉਹਨਾਂ ਨੇ ਫਿਰ ਜਿਹੜਾ ਸੀ ਥਾਣਾ ਮੂਨਕ ਦੇ ਵਿੱਚ, ਜੋ ਉਹਨੂੰ ਥਾਣਾ ਪੈਂਦਾ ਸੀ ਜਿੱਥੇ ਹਮੀਰਗੜ੍ਹ ਉਹ ਰਹਿੰਦਾ, ਤਾਂ ਉੱਥੇ ਫਿਰ ਉਹਦੇ ਤੇ ਪਰਿਵਾਰਕ ਜਿਹੜਾ 498 ਏ ਦਾ ਪਰਚਾ, ਜਿਹੜਾ ਉਹਨੇ ਬੀਬੀ ਨੇ ਦੱਸਿਆ ਕਿ ਕੁਛ ਉਹਨੂੰ ਉਹਦੇ ਪੇਕਿਆਂ ਤੋਂ ਸਾਜੋ ਸਮਾਨ ਲਿਆਂਦਾ ਸੀ ਉਹ ਵੀ ਇਹ ਲੈ ਗਿਆ, ਵੇਚ ਦਿੱਤਾ। ਤਾਂ ਫਿਰ ਉਹ 498 ਏ ਦਾ, ਫਿਰ 506 ਦਾ ਤੇ 494 ਦਾ ਇਹਦੇ ਤੇ ਮੁਕੱਦਮਾ ਦਰਜ ਹੋਇਆ ਸੀਗਾ। ਔਰ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਕਈ ਦਿਨ ਘਰ ਤੋਂ ਫਰਾਰ ਰਿਹਾ, ਘਰ ਨੂੰ ਜਿੰਦਾ ਲਾ ਕੇ ਬਾਹਰ ਰਿਹਾ, ਪੁਲਿਸ ਲੱਭਦੀ ਰਹੀ, ਪਰ ਇਹਨੇ ਐਂਟੀਸਪੇਟਰੀ ਬੇਲ ਕਰਾ ਲਈ ਸੀ, ਬਾਹਰ ਜ਼ਮਾਨਤ ਕਰਾ ਲਈ ਸੀ ਮਾਣਯੋਗ ਅਦਾਲਤ ਚੋਂ। ਬਾਅਦ ਵਿੱਚ ਜਿਹੜਾ ਸੀਗਾ, ਜਦੋਂ ਉਹਦੇ ਵਿੱਚ ਦੇਖਿਆ ਕਿ ਭਾਵੇਂ ਉਸ ਬੀਬੀ ਨੇ ਸਾਰੀਆਂ ਗੱਲਾਂ ਵਿੱਚ ਲਿਖੀਆਂ ਸੀ, ਪਰ ਪੁਲਿਸ ਵੱਲੋਂ ਕੇਵਲ ਪਰਿਵਾਰਕ ਮਸਲਾ ਜਿਹੜਾ ਸੀ ਉਹ ਤਾਂ ਦਰਜ ਕੀਤਾ, ਭਾਵਨਾਵਾਂ ਭੜਕਾਉਣ ਵਾਲਾ ਨਹੀਂ ਦਰਜ ਕੀਤਾ ਸੀਗਾ। 495। ਹਾਂ, ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਫਿਰ ਆਪਣੇ ਜਥੇਬੰਦੀ ਪੰਥਕ ਸੇਵਾ ਲਹਿਰ ਦਾਤੂ ਸਾਹਿਬ ਦੇ ਸੇਵਾਦਾਰ ਜਿਹੜੇ ਸਿੰਘ ਆ ਉਹਨਾਂ ਨੂੰ ਭੇਜਿਆ ਥਾਣਾ ਮੂਨਕ ਦੇ ਵਿੱਚ। ਬਾਬਾ ਜੀਵਨ ਸਿੰਘ ਨੇ ਚੁਨਾਗਰਾ ਤੋਂ, ਬਾਬਾ ਭਗਵੰਤ ਸਿੰਘ ਢੀਂਡਸਾ ਤੋਂ, ਉਹਨਾਂ ਨੇ ਫਿਰ ਜਾ ਕੇ ਜਿਹੜਾ ਸੀ ਕੰਪਲੇਂਟ ਥਾਣੇ ਦੇ ਵਿੱਚ ਕੀਤੀ। ਸਾਰੀਆਂ ਗੱਲਾਂ ਜੋ ਸੀ ਲਿਖੀਆਂ, ਨਾਲ ਪੈਨ ਡਰਾਈਵ ਦਿੱਤੀ, ਜੋ ਉਹਦੀਆਂ YouTube ਸੀ, ਜੋ ਵੀਡੀਓ ਸੀ, ਕੁਝ YouTube ਚੈਨਲ ਦੇ ਉੱਤੇ ਸੀ, ਕੁਝ ਵੈਸੇ ਉਹਨੇ ਆਪਦੇ ਗਰੁੱਪਾਂ 'ਚ ਪਾਈਆਂ ਹੋਈਆਂ ਸੀ ਪਰਿਵਾਰਕ ਤੌਰ ਤੇ। ਉਹ ਸਾਰੇ ਜਿਹੜੇ ਐਵੀਡੈਂਸ ਸੀਗੇ, ਕਿਉਂਕਿ ਅਸੀਂ ਜੋ ਦਿੱਤਾ ਸਾਰਾ ਸਬੂਤਾਂ ਸਮੇਤ, ਐਵੀਡੈਂਸ ਸਮੇਤ ਦਿੱਤਾ, ਤੇ ਉਹਨਾਂ ਐਵੀਡੈਂਸਾਂ ਦੇ ਉੱਤੇ ਫਿਰ ਪਰਸੋਂ ਦੀ ਗੱਲ ਹੈ ਕਿ ਪਰਸੋਂ ਸ਼ਾਮ ਨੂੰ ਮੂਨਕ ਦੀ ਸੰਗਰੂਰ ਦੀ ਪੁਲਿਸ ਨੇ ਜਿਹੜਾ ਸੀ ਮੁਕੱਦਮਾ ਦਰਜ ਕਰ ਲਿਆ 295 ਏ, 153 ਏ ਤੇ ਨਾਲ 67 IT ਐਕਟ, ਇਨਫੋਰਮੇਸ਼ਨ ਟੈਕਨੋਲੋਜੀ ਨੂੰ ਮਿਸਯੂਜ ਕਰਨਾ, ਉਹਦੀ ਦੁਰਵਰਤੋਂ ਕਰਨੀ, ਤੇ 153 ਏ ਵੀ ਲਾਈ ਕਿਉਂਕਿ ਉਹ ਲੜਾਈ ਝਗੜੇ, ਦੰਗੇ ਫਸਾਦ ਇਹੋ ਜਿਹੀਆਂ ਗੱਲਾਂ ਕਰਕੇ ਕਰਾਉਣਾ ਚਾਹੁੰਦਾ। ਕਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਵਰਤਦਾ ਤੇ ਕਦੇ ਮਾਤਾ ਦੁਰਗਾ, ਦੇਵੀ ਦੁਰਗਾ ਏਦਾਂ ਕਹਿ ਕੇ ਵੀ ਨਾਂ ਵਰਤਦਾ। ਕਈ ਕੁਛ ਉਹ ਕਹਿੰਦਾ ਵਾ, ਹਵਨ ਕਰਦਾ, ਹਵਨ ਕਰਦਿਆਂ ਮੂਲ ਮੰਤਰ ਦਾ ਪਾਠ ਕਰਦਾ, ਇਸ ਤਰ੍ਹਾਂ ਕਾਫੀ ਸੰਗਤਾਂ ਨੂੰ ਜਿਹੜਾ ਉਹ ਗੁੰਮਰਾਹ ਕਰਦਾ, ਤੇ ਉਹਦੇ ਤੇ ਮੁਕੱਦਮਾ ਦਰਜ ਕਰਦਿਆਂ ਪਰਸੋਂ ਹੀ ਸ਼ਾਮ ਨੂੰ ਜਿਹੜਾ ਸੀਗਾ ਉਹਨੂੰ ਪੁਲਿਸ ਨੇ ਚੁੱਕ ਲਿਆ ਸੀਗਾ ਔਰ ਉਹਨੂੰ ਗ੍ਰਿਫਤਾਰ ਕਰ ਲਿਆ। ਔਰ ਕੱਲ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ। ਕੋਰਟ 'ਚ ਪੇਸ਼ ਕਰਕੇ ਤੇ ਉਹਦਾ ਰਿਮਾਂਡ ਜਿਹੜਾ ਸੀ ਹਾਸਲ ਕਰ ਲਿਆ ਸੀ। ਹੁਣ ਪੁਲਿਸ ਉਹਦੇ ਤੋਂ ਕੀ ਪੁੱਛਗਿੱਛ ਕਰਦੀ ਹੈ, ਕੀ ਅੱਗੇ ਕਾਰਵਾਈ ਤੋਰਦੀ ਹੈ, ਹੁਣ ਪੁਲਿਸ ਤੇ ਡਿਪੈਂਡ ਕਰਦਾ। ਸੰਤ ਦਾਦੂਵਾਲ ਜੀ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਦੋਂ ਗੁਰਮੀਤ ਰਾਮ ਰਹੀਮ ਵਰਗੇ ਸੌਦਾ ਸਾਧ ਬਲਾਤਕਾਰੀ ਹੱਤਿਆ ਦੇ ਦੋਸ਼ੀ ਨੇ ਗੁਰੂ ਗੋਬਿੰਦ ਸਿੰਘ ਦਾ ਹੀ ਸਵਾਂਗ ਰਚਿਆ ਸੀ ਅੱਜ ਤੋਂ 12-13 ਸਾਲ ਪਹਿਲਾਂ, ਤਾਂ ਉਸ ਤੋਂ ਬਾਅਦ ਜੋ ਉਸ ਦਾ ਹਸ਼ਰ ਹੋਇਆ, ਹਾਲਾਂਕਿ ਉਸ ਕੇਸ ਦੇ ਵਿੱਚ ਤਾਂ ਸਫਲਤਾ ਹਾਸਲ ਨਹੀਂ ਹੋਈ ਕਿਉਂਕਿ ਪੰਜਾਬ ਸਰਕਾਰ ਨੇ ਉਸ ਮਾਮਲੇ 'ਚ ਅਦਾਲਤ ਦੇ ਵਿੱਚ ਬਕਾਇਦਾ ਤੌਰ ਤੇ ਪੈਰਵੀ ਨਹੀਂ ਕੀਤੀ ਤੇ ਅੱਗੇ ਜਾ ਕੇ ਬਠਿੰਡਾ ਅਦਾਲਤ ਦੇ ਫੈਸਲੇ ਦੇ ਵਿਰੁੱਧ ਸਮੇਂ ਸਿਰ ਅਪੀਲ ਨਹੀਂ ਕੀਤੀ ਤੇ ਉਹ ਕੇਸ ਵਿੱਚ ਰੁਲ ਗਿਆ। ਪਰ ਸਿੱਖ ਸਫਾਂ ਦੇ ਵਿੱਚ ਬੜਾ ਵੱਡਾ ਰੋਸ ਪੈਦਾ ਹੋ ਗਿਆ ਸੀ ਤੇ ਈਵਨ ਕਿ ਰਾਮ ਰਹੀਮ ਦੇ ਸੌਦਾ ਸਾਹਿਬ ਦੇ ਚੇਲੇ ਬਾਲ ਕੇ ਵੀ ਇਹ ਕਹਿੰਦੇ ਫਿਰਦੇ ਨੇ ਕਿ ਉਹ ਬਹੁਤ ਗਲਤ ਘਟਨਾ ਸੀ, ਉਹ ਗਲਤ ਕਾਰਵਾਈ ਸੀ ਰਾਮ ਰਹੀਮ ਦੀ, ਜਿਸ ਕਰਕੇ ਸਿੱਖ ਭਾਈਚਾਰੇ ਨਾਲ ਟਕਰਾਅ ਜਿਹੜਾ ਐਸਾ ਪੈਦਾ ਹੋਇਆ ਜੋ ਹੁਣ ਤੱਕ ਵੀ ਜਿਹੜਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਫਿਰ ਵੀ ਇਹੋ ਜਿਹੇ ਲੋਕ ਮਲਕੀਤ ਸਿੰਘ ਬੱਲਰਾਂ ਵਰਗੇ ਆ ਜਾਂਦੇ ਨੇ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਕੰਮ ਕਰਦੀ ਹੈ, ਕੋਈ ਤਾਕਤਾਂ ਕੰਮ ਕਰਦੀਆਂ ਨੇ, ਜਾਂ ਇਦਾਂ ਦੇ ਦਿਮਾਗ ਦੇ ਖਰਾਬ ਬੰਦੇ, ਸਿਰਫਰੇ ਬੰਦੇ ਵੈਸੇ ਹੀ ਸਾਡੇ ਸਮਾਜ 'ਚ ਨੇ। ਦੇਖੋ ਨੀਲ ਭਲਿੰਦਰ ਜੀ, ਪਹਿਲੀ ਗੱਲ ਤਾਂ ਇਹ ਆ ਕਿ ਇਹ ਮਲਕੀਤ ਸਿੰਘ ਬੱਲਰਾਂ ਸੈਕਿੰਡ ਰਾਮ ਰਹੀਮ ਆ, ਇਹਦਾ ਵੀ ਉਹੀ ਕੰਮ ਹੈ ਜਿਹੜਾ ਰਾਮ ਰਹੀਮ ਦਾ ਕੰਮ ਸੀ, ਉਸੇ ਤਰ੍ਹਾਂ ਹੀ ਇਹਦਾ ਕੰਮ ਆ। ਕਿਉਂਕਿ ਹੁਣ ਕਾਫੀ ਆਡੀਓ ਇਹਦੀਆਂ ਸਾਹਮਣੇ ਆਈਆਂ ਨੇ, ਕੁਝ ਲੜਕੀਆਂ ਦੀਆਂ ਸਾਹਮਣੇ ਆਈਆਂ ਜਿਹੜੇ ਇਹਦੇ ਕੋਲੇ ਆਉਂਦੀਆਂ ਸੀਗੀਆਂ ਔਰ ਜਿਨ੍ਹਾਂ ਦੇ ਨਾਲ ਉੱਥੇ ਮਿਸਬਿਹੇਵ ਹੋਇਆ, ਕੁਕਰਮ ਹੋਏ ਆ। ਉਹਨਾਂ ਨੇ ਆਪਣਾ ਦੁੱਖ ਜਿਹੜਾ ਸੀਗਾ ਉਹਨਾਂ ਆਡੀਓ ਦੇ ਵਿੱਚ ਵੀ ਦੱਸਿਆ ਤੇ ਉਹਨਾਂ ਨੇ ਸਾਡੇ ਨਾਲ ਬਲਾਤਕਾਰ ਕੀਤੇ ਨੇ ਰਾਮ ਰਹੀਮ ਵਾਂਗੂ, ਆਪਾਂ ਸਿੱਧੇ ਤੌਰ ਤੇ ਕਹੀਏ। ਬਿਲਕੁਲ ਜੀ, ਉਹਨਾਂ ਨੇ ਸਿੱਧੇ ਤੌਰ ਤੇ ਫੋਨ ਤੇ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ, ਕਾਲ ਕਰਕੇ ਬਕਾਇਦਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਪਾਪ ਦੀ ਲੰਕਾ ਨੂੰ ਕਿਸੇ ਨੇ ਹੱਥ ਪਾਇਆ ਵਾ, ਕਿਉਂਕਿ ਇਹਨੇ ਪਹਿਲਾਂ ਦਹਿਸ਼ਤ ਬੜੀ ਪੈਦਾ ਕੀਤੀ, ਜਿਹੜੇ ਇਹਦੇ ਕੋਲ ਆਉਂਦੇ ਉਹਨਾਂ ਤੇ ਤੁਹਾਨੂੰ ਧਮਕੀਆਂ ਦੇਣ ਵਾਲੀ ਵੀਡੀਓ ਵੀ ਸ਼ਾਇਦ ਇਹਨੇ ਪਾਈ ਆ ਇੱਕ। ਹਾਂ ਬਿਲਕੁਲ, ਮੈਨੂੰ ਵੀ ਜਦੋਂ ਇਸ ਨੂੰ ਪਤਾ ਲੱਗਾ ਕਿ ਇਹਦਾ ਜਿਹੜਾ ਪਰਚਾ ਦਰਜ ਹੋਇਆ ਵੀ ਉਹਦੇ ਬਾਰੇ ਮੈਂ ਵੀ ਐਸਐਸਪੀ ਸੰਗਰੂਰ ਨੂੰ ਜਿਹੜੀ ਰਿਕੁਐਸਟ ਕੀਤੀ ਸੀਗੀ ਕਿ ਵਾਕਈ ਇਹ ਪਰਿਵਾਰ ਨਾਲ ਧੱਕਾ ਹੋ ਰਿਹਾ, ਇਹਦੀ ਧਰਮ ਪਤਨੀ ਨਾਲ, ਬੱਚਿਆਂ ਦੇ ਨਾਲ, ਜਿਹੜੇ 4 ਬੱਚੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦੀ ਪੜ੍ਹਨ ਦੀ ਉਮਰ ਆ,
ਤੇ ਉਹਨਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਕਿ ਤੁਹਾਨੂੰ ਮੈਂ ਮਾਰ ਦਿਆਂਗਾ ਤੇ ਮਾਰ ਕੇ ਮਰ ਜਾਵਾਂਗਾ। ਤਾਂ ਮੈਂ ਐਸਐਸਪੀ ਸੰਗਰੂਰ ਨੂੰ ਰਿਕੁਐਸਟ ਕੀਤੀ ਸੀ ਕਿ ਉਦੋਂ ਸੰਦੀਪ ਗਰਗ ਸੀਗੇ ਉੱਥੇ, ਉਹ ਵੀ ਚੰਗੇ ਆਫੀਸਰ ਸੀ, ਅੱਜ ਕੱਲ੍ਹ ਜਲੰਧਰ ਉਹਨਾਂ ਦੀ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਜਿਹੜੇ ਆਏ ਨੇ ਵਿਵੇਕਸ਼ੀਲ ਸੋਨੀ ਜੀ, ਉਹਨਾਂ ਨੂੰ ਵੀ ਮੈਂ ਜਿਹੜਾ ਸੀ ਇਸ ਗੱਲ ਦੀ ਜਿਹੜੀ ਰਿਕੁਐਸਟ ਕੀਤੀ, ਉਹ ਵੀ ਚੰਗੇ ਆਫੀਸਰ ਨੇ ਔਰ ਉਹਨਾਂ ਨੇ ਬਕਾਇਦਾ ਜਿਹੜਾ ਸੀਗਾ ਤੁਰੰਤ ਜਿਹੜੀ ਆ ਕਾਰਵਾਈ ਕੀਤੀ ਆ ਔਰ ਤੁਰੰਤ ਕਾਰਵਾਈ ਕਰਦਿਆਂ ਹੀ ਇਹਨੂੰ ਜਿਹੜਾ ਸੀ ਤੁਰੰਤ ਗ੍ਰਿਫਤਾਰ ਕਰ ਲਿਆ। ਨਹੀਂ ਤਾਂ ਕਈ ਵਾਰੀ ਮੁਕੱਦਮੇ ਦਰਜ ਹੁੰਦੇ ਆ ਤੇ ਦੋਸ਼ੀ ਜਿਹੜੇ ਆ ਐਂਟੀ ਸਪੈਂਟਰੀ ਬੇਲਾਂ ਕਰਾਇਆ। ਪਹਿਲੀ ਗੱਲ ਤਾਂ ਇਹ ਆ ਨੀਲ ਭੁਪਿੰਦਰ ਜੀ ਕਿ ਮੇਰਾ ਕੋਈ ਜਾਤੀ ਰੌਲਾ ਨਹੀਂ ਆ, ਮੇਰੀ ਕੋਈ ਵੱਟ ਦਾ ਜਾਂ ਪਾਣੀ ਦਾ ਕੋਈ ਜ਼ਮੀਨ ਦਾ ਝਗੜਾ ਨਹੀਂ ਆ ਮਲਕੀਤ ਬੱਲਰਾਂ ਦੇ ਨਾਲ। ਜਿਸ ਤਰੀਕੇ ਦੇ ਨਾਲ ਉਹ ਕਹਿ ਰਿਹਾ ਕਿ 2015 ਤੋਂ ਮੇਰੀ ਜਥੇਦਾਰ ਦਾਦੂਵਾਲ ਨਾਲ ਲਾਗ ਡਾਟ ਆ, ਜਿਸ ਕਰਕੇ ਉਹ ਮੇਰੇ ਪਰਿਵਾਰ ਦੀ ਹੈਲਪ ਕਰਕੇ ਤੇ ਮੇਰੇ ਤੇ ਤਾਂ ਕਾਰਵਾਈ। ਮੈਂ ਤਾਂ 2020 ਤੋਂ ਪਹਿਲਾਂ ਉਹਨੂੰ ਜਾਣਦਾ ਵੀ ਨਹੀਂ ਸੀਗਾ ਕਿ ਉਹ ਕੌਣ ਹੈ। ਹਾਂ, ਕਿਤੇ ਕੀਰਤਨ ਦਰਬਾਰ ਮੈਂ ਉਹਦੇ ਇਲਾਕੇ 'ਚ ਬਹੁਤ ਕੀਤੇ ਆ, ਧਾਰਮਿਕ ਦੀਵਾਨ ਅੰਮ੍ਰਿਤ ਸੰਚਾਰ, ਕਿਤੇ ਉਹ ਸਮਾਗਮਾਂ 'ਚ ਆਇਆ ਹੋਵੇ ਤਾਂ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ। ਹਜ਼ਾਰਾਂ ਲੋਕ ਆਉਂਦੇ ਆ ਤੇ ਸਾਰਿਆਂ ਬਾਰੇ ਜਾਣਕਾਰੀ ਨਹੀਂ ਹੁੰਦੀ ਵੀ ਕੌਣ ਕੌਣ ਕੀਰਤਨ ਦਰਬਾਰ 'ਚ ਆਇਆ ਵਾ। ਪਰ ਉਹ ਜਿਸ ਤਰੀਕੇ ਨਾਲ ਹੁਣ ਆਪਣੀ ਗੱਲ ਨੂੰ ਜਿਹੜਾ ਹੈਗਾ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਗਲਤ ਇਨਫੋਰਮੇਸ਼ਨ ਦੇ ਰਿਹਾ ਕਿ ਮੇਰੀ 2015 ਤੋਂ ਦਾਦੂਵਾਲ ਸਾਹਿਬ ਨਾਲ ਕੋਈ ਲਾਗ ਡਾਟ ਆ, ਇਹ ਬਿਲਕੁਲ ਸਰਾਸਰ ਝੂਠ ਆ। ਮੈਂ 2020 ਤੋਂ ਪਹਿਲਾਂ ਉਹਨੂੰ ਜਾਣਦਾ ਨਹੀਂ ਸੀਗਾ। ਜਦੋਂ ਸਾਰੀ ਕਹਾਣੀ ਉਹਦੀ ਵਾਈਫ ਨੇ ਆ ਕੇ ਦੱਸੀ, ਨਾਲੇ ਫਿਰ ਅਸੀਂ ਉਹਦਾ YouTube ਚੈਨਲ ਦੇਖਿਆ, ਤਹਿਕੀਕਾਤ ਕੀਤੀ, ਇਲਾਕੇ 'ਚੋਂ ਪੁੱਛ ਪੜਤਾਲ ਕੀਤੀ, ਤਾਂ ਉਹਦਾ ਖੌਫ ਬੜਾ ਸੀ। ਹਥਿਆਰ ਸੀ ਉਹਦੇ ਕੋਲੇ, 3 ਲਾਇਸੈਂਸੀ ਹਥਿਆਰ ਆ, ਫਿਰ ਉਹ ਵੀ ਜਮ੍ਹਾਂ ਕਰਵਾਏ ਉਹਦੇ ਅੱਜ ਕੱਲ੍ਹ ਜਿਹੜੇ ਥਾਣਾ ਦੇ ਵਿੱਚ ਉਹ ਜਮ੍ਹਾਂ ਹੋਏ ਆ, ਤਾਂ ਉਹਦਾ ਖੌਫ ਬੜਾ ਸੀ। ਹੁਣ ਜਿਹੜੇ ਉਹ ਲੋਕ ਜਿਹੜੇ ਇਹਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ ਆ, ਜਿਨ੍ਹਾਂ ਨੂੰ ਗੁੰਮਰਾਹ ਕਰਕੇ ਇਹਨੇ ਠੱਗਿਆ, ਜਿਹੜੀ ਜਾਇਦਾਦ ਬਣਾਈ ਆ, 5-7 ਕਾਰਾਂ ਕੋਠੀਆਂ ਬਣਾਈਆਂ ਨੇ, ਪਟਿਆਲੇ ਜਾਇਦਾਦ ਬਣਾਈ ਆ, ਕੁਛ ਉਹ ਜਿਹਨੂੰ ਕਲਕੀ ਕਹਿੰਦਾ ਜਿਹੜਾ ਨਜਾਇਜ਼ ਬੇਟਾ ਉਹਦੇ ਨਾਂ ਤੇ ਕਰਵਾਈ ਹੋਈ ਹੈ, ਸਾਰਾ ਕੁਝ ਹੁਣ ਸਾਹਮਣੇ ਜਿਹੜਾ ਹੈਗਾ ਉਹ ਆਇਆ। ਤਾਂ ਕਰਕੇ ਬੁਖਲਾਹਟ ਦੇ ਵਿੱਚ ਆ ਕੇ ਮੈਨੂੰ ਧਮਕੀਆਂ ਦੀਆਂ ਗੱਲਾਂ ਕਰ ਰਿਹਾ। ਪਰ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਜਿਹੜੇ ਬੜੇ ਲਤੀਸ਼ੰਦੀ ਬੰਦੇ ਆਉਂਦੇ ਆ ਨੀਲ ਭੁਲੰਦਰ ਜੀ, ਇਹੋ ਜਿਹੀਆਂ ਦੀਆਂ ਧਮਕੀਆਂ ਨੂੰ ਅਸੀਂ ਕੀ ਜਾਣਦੇ। ਅਸੀਂ ਗੁਰੂ ਦੇ ਸਿੱਖ ਹਾਂ, ਵਾਅਦਾ ਕਿਸੇ ਦਾ ਕਰਦੇ ਨਹੀਂ ਆ। ਜੋ ਸੱਚਾਈ ਆ ਉਹਨੂੰ ਸਾਹਮਣੇ ਲਿਆਉਣ ਵਾਸਤੇ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਗੁੰਮਰਾਹ ਕਰਦਾ, ਕੁਕਰਮ ਕਰਦਾ, ਪਖੰਡ ਕਰਦਾ ਵਾ। ਇਸ ਕਰਕੇ ਰਾਮ ਰਹੀਮ ਨਾਲ ਪਹਿਲਾਂ ਟੱਕਰ ਲਈ ਸੀ, ਭਾਵੇਂ ਜੇਲ੍ਹਾਂ ਕੱਟਣੀਆਂ ਪਈਆਂ, ਮੁਕੱਦਮੇ ਝੱਲਣੇ ਪਏ, ਪਰ ਅੱਜ ਰਾਮ ਰਹੀਮ ਸੁਨਾਰੀਆ ਦੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਿਹੜਾ ਹੈਗਾ ਉਹ ਆਪਣੀ ਸਜ਼ਾ ਕੱਟ ਰਿਹਾ ਕੁਕਰਮਾਂ ਦੀ। ਇਸੇ ਤਰ੍ਹਾਂ ਅਸੀਂ ਚਾਹੁੰਦੇ ਕਿ ਜਿਹੜਾ ਇਹ ਸੈਕਿੰਡ ਰਾਮ ਰਹੀਮ ਮਲਕੀਤ ਸਿੰਘ ਬੱਲਰਾਂ, ਇਹਦਾ ਸੱਚ ਦੁਨੀਆ ਦੇ ਸਾਹਮਣੇ ਆ ਚੁੱਕਾ ਵਾ। ਰਹਿੰਦਾ ਸੱਚ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨੇ ਲਿਆਉਣਾ ਵਾ। ਪੁਲਿਸ ਪ੍ਰਸ਼ਾਸਨ ਪੁੱਛਗਿੱਛ ਕਰੇ ਕਿ ਉਹ ਜਿਹਨੂੰ ਇਹ ਦੇਵੀ ਦੁਰਗਾ ਕਹਿੰਦਾ ਉਹ ਕੌਣ ਆ, ਜਿਹਨੂੰ ਇਹ ਕਲਕੀ ਕਹਿੰਦਾ ਉਹ ਕੌਣ ਆ, ਉਹਨਾਂ ਨਾਲ ਨਜਾਇਜ਼ ਤਾਲੁਕਾਤ ਕੀ ਆ, ਉਹ ਲੜਕੇ ਦਾ ਬੱਚੇ ਦੇ ਬਾਪ ਦਾ ਨਾਂ ਕੀ ਆ, ਇਹ ਸਾਰਾ ਕੁਝ ਸਾਹਮਣੇ ਲਿਆਉਣਾ ਚਾਹੀਦਾ। ਕਿਉਂਕਿ ਉਸ ਬੱਚੇ ਨੂੰ ਬਾਪ ਦਾ ਨਾਂ ਨਹੀਂ ਦਿੱਤਾ ਗਿਆ ਅਜੇ ਤੱਕ। ਉਹਨੂੰ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਇਹ ਤਾਂ ਅਮਰੀਕਾ ਤੋਂ ਗੋਦ ਵਿੱਚ ਲਿਆ ਹੋਇਆ, ਅਮਰੀਕਾ ਤੋਂ ਬੱਚਾ। ਉਹਨੇ ਲੜਕੀ ਨੇ ਆਪਣੇ ਮਾਂ-ਬਾਪ ਨੂੰ, ਉਹਦਾ ਪਰਿਵਾਰ ਵੀ ਮੇਰੇ ਕੋਲ ਆ ਕੇ ਗਿਆ ਵਾ। ਜਿਹੜੀ ਉਹ ਲੜਕੀ ਕੁਲਵੀਰ ਕੌਰ ਜਿਹਨੂੰ ਦੇਵੀ ਦੁਰਗਾ ਕਹਿੰਦਾ, ਉਹਨਾਂ ਨੂੰ ਸੱਚਾਈ ਦਾ ਜਦੋਂ ਪਤਾ ਲੱਗਾ, ਕਿਉਂਕਿ ਲੜਕੀ ਨੇ ਆਪਣੇ ਪਰਿਵਾਰ ਨੂੰ ਗੁੰਮਰਾਹ ਕੀਤਾ ਸੀ ਕਿ ਇਹ ਬੱਚਾ ਤਾਂ ਮੈਂ ਅਮਰੀਕਾ ਤੋਂ ਗੋਦ ਵਿੱਚ ਲਿਆ ਹੋਇਆ। ਅਨਮੈਰਿਡ ਲੜਕੀ ਤੇ ਗੋਦ ਬੱਚਾ ਲੈਣ ਦੀ ਗੱਲ ਪਹਿਲਾਂ ਹੀ ਨਹੀਂ ਸੰਘੋਂ ਉਤਰਦੀ ਇਹ ਗੱਲ, ਪਰ ਉਹਨੇ ਗੁੰਮਰਾਹ ਕੀਤਾ ਸੀ। ਭੋਲੇ ਭਾਲੇ ਸਾਡੇ ਮਾਨਸਾ ਏਰੀਆ ਦਾ ਉਹ ਪਰਿਵਾਰ ਸੀਗਾ, ਉਹ ਵੀ ਮੇਰੇ ਕੋਲ ਆਏ। ਉਹਨਾਂ ਨੂੰ ਜਦੋਂ ਸੱਚਾਈ ਦਾ ਪਤਾ ਲੱਗਿਆ ਤਾਂ ਉਹ ਵੀ ਹੁਣ ਅੱਗੇ ਆਇਆ। ਸੋ ਕਹਿਣ ਤੋਂ ਭਾਵ ਅਸੀਂ ਇਹ ਚਾਹੁੰਦੇ ਹਾਂ ਕਿ ਸੱਚਾਈ ਸਾਹਮਣੇ ਆਵੇ। ਉਹ ਰਜਿੰਦਰ ਕੌਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ, ਕੁਲਵੀਰ ਦੀਆਂ ਸਾਹਮਣੇ ਆਉਣ। ਜਿਹੜਾ ਇਹ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਭੋਰੇ 'ਚ ਬੈਠੇ ਆ, ਸਾਡੀ 2 ਜਣਿਆਂ ਦੀ ਸੇਵਾ ਲੱਗੀ ਹੈ, ਸਾਰਾ ਕੁਝ ਸੱਚ ਸਾਹਮਣੇ ਪੁਲਿਸ ਪ੍ਰਸ਼ਾਸਨ ਨੇ ਲੈ ਕੇ ਆਉਣਾ। ਕਿਉਂਕਿ ਇਨਵੈਸਟੀਗੇਸ਼ਨ ਉਹਨਾਂ ਦੇ ਕੋਲ ਆ, ਪਰਚਾ ਉਹਨਾਂ ਨੇ ਦਰਜ ਕੀਤਾ। ਅਸੀਂ ਤਾਂ ਇਹਦੇ ਤੇ ਪਰਚਾ ਦਰਜ ਕਰਵਾਇਆ ਵਾ, ਗ੍ਰਿਫਤਾਰ ਪੁਲਿਸ ਨੇ ਕੀਤਾ। ਉਹਦੀ ਪੁੱਛਗਿੱਛ ਹੋਣੀ ਚਾਹੀਦੀ ਆ ਤੇ ਸੱਚਾਈ ਸਾਹਮਣੇ, ਤਾਂ ਕਿ ਲੋਕ ਜਿਹੜੇ ਆ ਸੁਚੇਤ ਹੋ ਸਕਣ। ਇਹੋ ਜਿਹੇ ਲੋਕ ਜਿਹੜੇ ਆ ਸੰਗਤਾਂ ਨੂੰ ਗੁੰਮਰਾਹ ਕਰਕੇ ਤੇ ਆਪਣਾ ਜਿਹੜਾ ਤੋਰੀ ਫੁਲਕਾ ਉਹ ਨਾ ਚਲਾ ਸਕਣ। ਇੱਕ ਜ਼ਰੂਰੀ ਸਵਾਲ ਲੈ ਲਈਏ ਜੀ, ਫਿਰ ਤੁਹਾਡੇ ਤੋਂ ਵਿਦਾ ਲੈਂਦੇ ਆਪਾਂ। ਮਾਮਲਾ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ, ਪੰਥ ਦੇ ਨਾਲ ਸੰਬੰਧਿਤ ਹੈ, ਮਰਿਆਦਾ ਨਾਲ ਸੰਬੰਧਿਤ ਹੈ। ਗੁਰੂ ਸਾਹਿਬੇ ਕਮਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ, ਉਹਨਾਂ ਨਾਲ ਹਿਮਾਕਤ, ਉਹਨਾਂ ਨਾਲ ਤੁਲਨਾ ਕਰਨ ਦੀ ਹਿਮਾਕਤ ਨਾਲ ਸੰਬੰਧਿਤ ਹੈ। ਕਮਾਲ ਦੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਲਗਭਗ 1 ਸਦੀ ਪੁਰਾਣੀ ਸੰਸਥਾ ਹੋ ਚੁੱਕੀ ਹੈ ਤੇ ਸੰਵਿਧਾਨਕ ਆਧਾਰ ਰੱਖਦੀ ਹੈ, ਉਹਦੇ ਜਿਹੜੇ ਪ੍ਰਧਾਨ ਨੇ ਤੁਹਾਡੇ ਹਮਰੁਤਬਾ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹ ਵੀ ਇਸੇ ਇਲਾਕੇ ਨਾਲ ਇਤਫਾਕਵਸ ਸੰਬੰਧਿਤ ਨੇ ਜਿਸ ਇਲਾਕੇ 'ਚ ਇਹ ਬੰਦਾ ਇਹ ਸਾਰਾ ਕੁਝ ਕਰ ਰਿਹਾ ਸੀ। ਹਾਲਾਂਕਿ ਤੁਸੀਂ ਤਾਂ ਹਰਿਆਣਾ ਕਮੇਟੀ ਦੇ ਪ੍ਰਧਾਨ ਹੋ, ਤੁਹਾਡਾ ਪਿੰਡ ਦਾਦੂਵਾਲ, ਤੁਹਾਡਾ ਹੈੱਡਕੁਆਟਰ ਦਾਦੂਵਾਲ, ਜਿੱਥੋਂ ਤੁਸੀਂ ਸਾਡੇ ਨਾਲ TV ਪੰਜਾਬ ਦੇ ਚੰਡੀਗੜ੍ਹ ਸਟੂਡੀਓ ਨਾਲ ਜੁੜੇ ਹੋਏ ਹੋ, ਉਹ ਵੀ ਹਰਿਆਣਾ ਦੇ ਵਿੱਚ ਪੈਂਦਾ ਹੈ।
ਤੁਸੀਂ ਤਾਂ ਇਹ ਜ਼ਿੰਮੇਵਾਰੀ ਸਮਝ ਲਈ, ਪਰ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਖਾਸ ਕਰ ਪ੍ਰਧਾਨ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ, ਇਹ ਤਾਂ ਉਹਨਾਂ ਦਾ ਆਪਣਾ ਇਲਾਕਾ ਹੈ, ਜੱਦੀ ਇਲਾਕਾ ਹੈ। ਦੇਖੋ ਨੀਲ ਭਲਿੰਦਰ ਜੀ, ਉਹ ਬੀਬੀ ਹਰਪ੍ਰੀਤ ਕੌਰ ਜਦੋਂ ਮੇਰੇ ਕੋਲ ਆਏ ਸੀ, ਇਲਾਕੇ ਦੇ ਪਤਵੰਤੇ ਸੱਜਣ ਸੀ, ਉਹਨਾਂ ਨੇ ਗੱਲ ਕਹੀ ਕਿ ਅਸੀਂ ਬਹੁਤਿਆਂ ਦੇ ਕੋਲੇ ਜਾ ਕੇ ਦੱਸਿਆ ਵਾ, ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ, ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਬਾਕੀ ਇਹ ਗੁਰੂ ਸਾਹਿਬ ਨੇ ਸੇਵਾ ਲੈਣੀ ਹੁੰਦੀ ਹੈ, ਕਦੋਂ ਕਿਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣੀ ਆ। ਹਾਥੀ ਮਸਤੇ ਹਾਥੀ ਦਾ ਮੁਕਾਬਲਾ ਕਰਨਾ ਸੀ ਤਾਂ ਉਦੋਂ ਦੁਨੀ ਚੰਦ ਤਾਂ ਭੱਜ ਗਿਆ ਸੀ, ਫਿਰ ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖ ਲਿਆ। ਜਿਹੜਾ ਵੱਡਾ ਸੀ ਦੁਨੀ ਚੰਦ ਵੱਡੀ ਦੇਹ ਦਾ ਮਾਲਕ ਸੀਗਾ, ਉਹ ਤਾਂ ਭੱਜ ਗਿਆ। ਇਸੇ ਤਰ੍ਹਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਦੇ ਮਾਲਕ ਆ, ਉਹ ਇਹੋ ਜਿਹੇ ਪਾਸੇ, ਅਸੀਂ ਤਾਂ ਛੋਟੇ ਆ, ਸੇਵਾਦਾਰ ਆ, ਆਪਣੀ ਜ਼ਿੰਮੇਵਾਰੀ ਸਮਝਦੇ ਆ। ਕੋਰਟ ਦੇ ਵੱਲੋਂ, ਅਦਾਲਤ ਦੇ ਵੱਲੋਂ ਉਹ ਤਾਂ ਉਲਝੇ ਪਏ। ਜਿਹੜੇ ਹਮ ਰੁਤਬਾ ਸੀ ਮੇਰੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹਾਂ, ਜਿਹੜੇ ਹਮ ਰੁਤਬਾ ਸੀ ਉਹ ਤਾਂ ਇਹਨਾਂ ਗੱਲਾਂ 'ਚ ਉਲਝੇ ਪਏ। ਉਹਨਾਂ ਦਾ ਇਸ ਪਾਸੇ ਤਾਂ ਧਿਆਨ ਹੀ ਨਹੀਂ ਆ, ਨਾ ਉਹ ਜ਼ਿੰਮੇਵਾਰੀ ਕਦੇ ਇਸ ਪਾਸੇ ਆਏ ਆ। ਉਹ ਖੁਦ ਇਹਨਾਂ ਗੱਲਾਂ 'ਚ ਉਲਝੇ ਹੋਏ ਆ, ਤੇ ਇਹ ਲੋਕ ਉਹਨਾਂ ਲੋਕਾਂ ਨੂੰ ਸਗੋਂ ਸ਼ਹਿ ਦਿੰਦੇ ਆ। ਤੁਸੀਂ ਸਰਸੇ ਵਾਲੇ ਦੀ ਗੱਲ ਕੀਤੀ ਆ, ਸਰਸੇ ਵਾਲੇ ਨੂੰ ਇਹਨਾਂ ਲੋਕਾਂ ਨੇ ਸ਼ਹਿ ਦਿੱਤੀ। ਲੌਂਗੋਵਾਲ ਨੇ ਤਾਂ ਜਾ ਕੇ ਵੋਟਾਂ ਮੰਗੀਆਂ, ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾ ਦਿੱਤਾ ਗਿਆ, ਪਰ ਬਾਦਲਾਂ ਦੀ ਮਿਹਰ ਦੀ ਨਿਗਾਹ ਜਿਹਦੇ ਕਰਕੇ ਐਨਜੀਪੀਸੀ ਦਾ ਪ੍ਰਧਾਨ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਉਹ ਬਾਦਲ ਦਲ ਦਾ ਬੰਦਾ ਸੀਗਾ। ਬਾਦਲ ਜਿਹੜਾ ਸੀਗਾ, ਉਹ ਮੈਂ ਇਸ ਕਰਕੇ ਉਹਨੂੰ ਪਛਾਇਆ ਇਹਨਾਂ ਨੇ, ਤੇ ਉਹ ਭਗਾਉਣ ਦਾ ਪਰਚਾ ਵਾਪਸ ਲੈ ਲਿਆ ਤੇ ਉੱਥੋਂ ਕੋਰਟ ਕਰਾ ਦਿੱਤਾ, ਉਹ ਰੱਦ ਕਰ ਦਿੱਤਾ ਇਹਨਾਂ ਨੇ। ਪਰ ਗੁਰੂ ਦੇ ਸੇਵਾਦਾਰ ਆ ਸਾਡੇ, ਜਿਹੜੇ ਸੇਵਾਦਾਰਾਂ ਨੇ ਜਾ ਕੇ ਸਿੰਘਾਂ ਨੇ ਉੱਥੇ ਕੰਪਲੇਂਟ ਦਿੱਤੀ, ਉਹ ਪਛਾਣ ਹਟਣ ਵਾਲੇ ਨਹੀਂ ਆ। ਕਿਸੇ ਵੀ ਗੱਲ ਤੇ ਕੋਈ ਸਮਝੌਤਾ ਨਹੀਂ, ਭਾਵੇਂ ਸਰਕਾਰਾਂ ਆ ਜਾਣ, ਭਾਵੇਂ ਕੁਛ ਆ ਜਾਣ, ਉਹ ਪਛਾਣ ਹਟਣ ਵਾਲੇ ਨਹੀਂ ਆ। ਜਿਹੜੀ ਕਾਰਵਾਈ ਆ, ਪਹਿਲੀ ਗੱਲ ਤੇ ਇਹ ਆ ਕਿ ਜਾਤੀ ਵੈਰ ਕੋਈ ਨਹੀਂ ਆ, ਸਾਡਾ ਕੋਈ ਵੱਟ ਦਾ ਜ਼ਮੀਨ ਦਾ ਰੌਲਾ ਨਹੀਂ। ਇਹ ਤਾਂ ਸੱਚਾਈ ਦੀ ਲੜਾਈ ਲੜ ਰਹੇ ਆ, ਤੇ ਬੰਦੇ ਅਸੀਂ ਹਰ ਤਰ੍ਹਾਂ ਦੇ ਨਾਲ, ਅਸੀਂ ਸੰਗਰੂਰ ਵੀ ਵਕੀਲ ਖੜੇ ਕੀਤੇ ਆ, ਮੂਣਕ ਵੀ ਵਕੀਲ ਖੜੇ ਕੀਤੇ ਆ। ਅਸੀਂ ਉਸ ਪਰਿਵਾਰ ਦੀ ਹੈਲਪ ਵਾਸਤੇ ਉਹਨਾਂ ਨੂੰ ਵੀ ਵਕੀਲ ਦਿੱਤਾ, ਜਿਹੜਾ ਇਹਦਾ ਆਪਣਾ ਪਰਿਵਾਰ ਆ, ਜਿਹਦੇ ਨਾਲੇ ਬੇਇਨਸਾਫੀ ਕਰ ਰਿਹਾ, ਧੱਕੇਸ਼ਾਹੀ ਕਰ ਰਿਹਾ। ਤੇ ਜਿੱਥੋਂ ਤੱਕ ਪੰਥਕ ਮਰਜ਼ਾਦਾ ਦਾ ਮਸਲਾ, ਉੱਥੇ ਵੀ ਅਸੀਂ ਇਹ ਲੜਾਈ ਲੜਾਂਗੇ, ਇਹਨੂੰ ਅੰਜਾਮ ਤੱਕ ਲਿਜਾਵਾਂਗੇ। ਜਿੱਦਾਂ ਸੌਦਾ ਸਾਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਚੱਕੀ ਪੀਸ ਰਿਹਾ, ਇਸੇ ਤਰ੍ਹਾਂ ਇਹਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਊਗਾ, ਕਿਉਂਕਿ ਇਹਦੇ ਕਰਮਾਂ ਦੀ ਵੀ ਬਹੁਤ ਵੱਡੀ ਦਾਸਤਾਨ ਆ ਜੋ ਹੁਣ ਸਾਹਮਣੇ ਆ ਰਹੀ ਆ। ਤੇ ਬਾਕੀ ਇਹਦਾ ਜਿਹੜਾ ਬੋਲਣ ਬੁਲਾਉਣ ਦਾ, ਧਮਕੀਆਂ ਦੇਣ ਦੀ ਗੱਲ ਆ, ਜਦੋਂ ਇਹਦੀ ਲੰਕਾ ਤਬਾਹ ਹੋ ਰਹੀ, ਲੰਕਾ ਢਹਿ ਰਹੀ ਆ, ਤਾਂ ਫਿਰ ਬੁਖਲਾਹਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਤੇ ਕਰੂਗਾ ਜੀ। ਬਹੁਤ ਸ਼ੁਕਰੀਆ ਜੀ, ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ। ਅੱਗੇ ਵੀ ਅਪਡੇਟ ਲਵਾਂਗੇ, ਤੇ ਅਸੀਂ ਵੀ ਬਿਲਕੁਲ ਉਮੀਦ ਰੱਖ ਸਕਦੇ ਹਾਂ ਕਿ ਜੋ ਲੜਾਈ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਅਗਵਾਈ 'ਚ ਲੜ ਰਹੀ ਹੈ, ਜੋ ਕਿ ਬਣਦੀ ਸ਼੍ਰੋਮਣੀ ਕਮੇਟੀ ਵੱਲੋਂ ਲੜੀ ਜਾਣੀ ਸੀ ਜਾਂ ਹੋਰ ਵੱਡੀਆਂ ਸਿੱਖ ਸੰਸਥਾਵਾਂ ਵੱਲੋਂ, ਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਹਾਲਾਂਕਿ ਸੁਪਰੀਮ ਕੋਰਟ ਤੋਂ ਸਟੇਟਸ ਕੋ ਲੱਗਾ ਹੋਇਆ, ਪਰ ਜੋ ਜ਼ਿੰਮੇਵਾਰੀ ਜਿਸ ਤਰੀਕੇ ਨਾਲ ਤੁਸੀਂ ਪੇਸ਼ ਆ ਰਹੇ ਹੋ ਇਸ ਤਰ੍ਹਾਂ ਦੇ ਲੋਕਾਂ ਨਾਲ, ਉਸ ਤੋਂ ਲੱਗਦਾ ਹੈ ਕਿ ਹਰਿਆਣਾ ਕਮੇਟੀ ਜ਼ਰੂਰ ਕਿਤੇ ਨਾ ਕਿਤੇ ਜਸਟੀਫਾਈ ਕਰ ਰਹੀ ਆ ਆਪਣੀ ਭੂਮਿਕਾ ਨੂੰ, ਆਪਣੇ ਰੋਲ ਨੂੰ। ਸਿੱਖਾਂ ਦੀ ਜੋ ਸਿੱਖ ਮਰਿਆਦਾ ਦੀ, ਰਹਿਤ ਮਰਿਆਦਾ ਦੀ ਜੋ ਪੈਰਵੀ ਕਰਨੀ ਹੈ, ਜਾਂ ਇਸ ਮਾਮਲੇ 'ਚ ਕੇਸ ਕੋਰਟਾਂ 'ਚ, ਅਦਾਲਤਾਂ 'ਚ ਲੈ ਕੇ ਜਾਣੇ ਨੇ, ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਇਸ ਮਾਮਲੇ ਦੇ ਉੱਤੇ ਇਹੋ ਜਿਹੇ ਮਾਮਲਿਆਂ ਨੂੰ ਚੁੱਕਣਾ ਹੈ ਤੇ ਪ੍ਰੈਸ਼ਰ ਬਰਕਰਾਰ ਰੱਖਣਾ ਹੈ ਕਿ ਪਿੱਠ ਦੇ ਉੱਤੇ, ਸ਼ਿਕਾਇਤਕਰਤਾ ਦੀ ਪਿੱਠ ਦੇ ਉੱਤੇ ਸਿੱਖ ਜਥੇਬੰਦੀਆਂ, ਸਿੱਖਾਂ ਦੇ ਆਗੂ ਹਨ, ਨਾ ਕਿ ਕੋਈ ਵੋਟਾਂ ਵਾਸਤੇ ਵਿਕਿਆ ਹੋਇਆ ਹੈ। ਇਸ਼ਾਰੇ ਤੁਸੀਂ ਕਰ ਦਿੱਤੇ ਨੇ ਕਿ ਕੌਣ-ਕੌਣ ਸੌਦਾ ਸਾਧ ਦੇ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਣ ਵਾਲੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਅਕਾਲੀ ਦਲ, ਖਾਸ ਕਰ ਅਕਾਲੀ ਦਲ ਦੇ ਪ੍ਰਧਾਨ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਕਿਸ ਤਰ੍ਹਾਂ ਉਹਨਾਂ ਨੇ ਬਠਿੰਡਾ ਅਦਾਲਤ ਦੇ ਵਿੱਚ ਆਪਣੀ ਸਰਕਾਰ ਹੁੰਦਿਆਂ ਜਿਹੜਾ ਕੱਚੀ ਲੜਾਈ ਲੜੀ, ਤੇ ਜਿਹਦਾ ਫਾਇਦਾ ਹੋਇਆ ਸੌਦਾ ਸਾਧ ਨੂੰ। ਸੌਦਾ ਸਾਧ ਦਸਮ ਪਾਤਸ਼ਾਹ ਦਾ ਸਵਾਂਗ ਰਚਣ ਵਾਸਤੇ ਜੇਲ੍ਹ 'ਚ ਨਹੀਂ ਗਿਆ, ਉਸ ਮਾਮਲੇ 'ਚ ਸਜ਼ਾ ਦਾ ਭਾਗੀ ਨਹੀਂ ਬਣਿਆ, ਉਹ ਬਲਾਤਕਾਰ ਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਮਾਮਲੇ 'ਚ ਗਿਆ। ਇਹ ਯਾਦ ਰੱਖਣ ਯੋਗ ਗੱਲ ਹੈ। ਇੱਥੇ ਕਮਜ਼ੋਰੀ ਸਿੱਖ ਸੰਸਥਾਵਾਂ ਦੀ ਜਿਹੜੀ ਹੈਗੀ ਆ, ਉਹ ਖੁੱਲ ਕੇ ਸਾਹਮਣੇ ਆਉਂਦੀ ਹੈ। ਬਹੁਤ ਸ਼ੁਕਰੀਆ ਦਾਦੂਵਾਲ ਸਾਹਿਬ। ਧੰਨਵਾਦ ਜੀ ਤੁਹਾਡਾ ਵੀ, ਨੀਲ ਭਲਿੰਦਰ ਜੀ, ਤੇ ਸਾਰੇ ਸਰੋਤਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।